ਸੰਗਤ ਅਨਕ ਦਿਸਨ ਤੇ ਆਵੇ। ਅਨੇਕਾਂ ਦਿਸ਼ਾਵਾਂ ਤੋਂ ਸੰਗਤਾਂ ਪਹੁੰਚਦੀਆਂ ਹਨ। ਸ੍ਰੀ ਅੰਮ੍ਰਿਤਸਰ ਵਿਖੇ ਨਹਾਵੇ। ਸ੍ਰੀ ਅੰਮ੍ਰਿਤ ਸਰੋਵਰ ਦੇ ਵਿੱਚ ਆ ਇਸ਼ਨਾਨ ਕਰਦੇ ਨੇ। ਸ੍ਰੀ ਹਰਿਮੰਦਰ ਦਰਸ਼ਨ ਕਰੈ। ਫਿਰ ਭਾਈ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਦੇ ਹਨ। ਸੁਨੈ ਸ਼ਬਦ ਔਰ ਆਨੰਦ ਧਰੈ। ਗੁਰਬਾਣੀ ਸ਼ਬਦ ਸੁਣਦੇ ਹਿਰਦੇ ਵਿੱਚ ਆਨੰਦ ਧਾਰਦੇ ਨੇ। ਸ੍ਰੀ ਹਰਿਗੋਬਿੰਦ ਤਖਤ ਅਕਾਲ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਕਾਲ ਤਖਤ ਪਰ ਬੈਠੇ ਹੈ ਸਭਾ ਲਗਾਏ ਵਿਸਾਲ। ਵੱਡਾ ਦੀਵਾਨ ਲਾ ਕੇ ਮਹਾਰਾਜ ਜੀ ਬਹਿੰਦੇ ਹਨ। ਅਨਕ ਅਕੋਰਨ ਕੋ ਅਰ ਪੰਤੇ। ਮਾਈ ਭਾਈ ਆ ਕੇ ਅਨੇਕਾਂ ਭੇਟਾਂ ਅਰਪਣ ਕਰਦੇ ਨੇ। ਆਪਨ ਮਨੋਰਥ ਕੋ ਚਰੰਤੇ। ਫਿਰ ਆਪਣੇ ਮਨ ਦਾ ਮਨੋਰਥ ਮਹਾਰਾਜ ਜੀ ਨੂੰ ਦੱਸਦੇ ਹਨ। ਕਰੈ ਕਾਮਨਾ ਸਭ ਹੀ ਪੂਰਨ। ਮਹਾਰਾਜ ਸਾਰੀਆਂ ਕਾਮਨਾ ਪੂਰੀਆਂ ਕਰਦੇ ਨੇ। ਬਖਸ਼ੈ ਸਿੱਖਨ ਕੋ ਗੁਣ ਰੂਰਨ। ਰੂਰਨ ਕਹੀਏ ਸੁੰਦਰ, ਸੋਹਣੇ ਸੁੰਦਰ ਗੁਣ ਆਪਣਿਆਂ ਸਿੱਖਾਂ ਨੂੰ ਬਖਸ਼ਦੇ ਨੇ। ਕੇਤਕ ਭਗਤ ਬਿਖੈ ਮਨ ਲਾਵੇ। ਕੁਝ ਐਸੇ ਭਾਈ ਪਰਮੇਸ਼ਰ ਦੀ ਭਗਤੀ ਵਿੱਚ ਮਨ ਲਾਉਂਦੇ ਐ। ਸਤ ਨਾਮ ਸਿਮਰਤ ਗਤ ਪਾਵੇ। ਸੱਚੇ ਨਾਮ ਦਾ ਸਿਮਰਨ ਕਰਦੇ ਹਨ ਔਰ ਕਲਿਆਣਤਾ ਪਾਉਂਦੇ ਨੇ। ਕਿਸ ਕੋ ਦੇ ਨਿਸ਼ਚੈ ਔਰ ਗਿਆਨ। ਕਿਸੇ ਨੂੰ ਮਹਾਰਾਜ ਜੀ ਹਿਰਦੇ ਵਿੱਚ ਗਿਆਨ ਨਿਸ਼ਚਾ ਬਖਸ਼ਿਸ਼ ਕਰਦੇ ਹਨ। ਜਾਣੈ ਆਪਣੋ ਰੂਪ ਮਹਾਨ। ਜੋ ਆਪਣਾ ਮਹਾਨ ਸਵੈ ਸਰੂਪ ਹੈ ਬ੍ਰਹਮ, ਉਸ ਨੂੰ ਜਾਣਦੇ ਨੇ। ਤਨ ਹੰਤਾ ਤੇ ਹੋਤ ਨਿਰਾਲੇ। ਜਦੋਂ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਫੇਰ ਹੀ ਭਾਈ ਤਨ ਦੀ ਹੰਗਤਾ ਜਿਹੜੀ ਹੈ ਜੀਵ ਚੋਂ ਦੂਰ ਹੁੰਦੀ ਹੈ। ਕਿਉਂਕਿ ਗਿਆਨ ਬਿਨਾਂ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਤਨ ਹਾਂ ਕਿ ਮੈਂ ਬ੍ਰਹਮ ਰੂਪ ਹਾਂ। ਗਿਆਨ ਬਖਸ਼ਿਸ਼ ਕਰਦਾ ਸਤਿਗੁਰੂ ਤਾਂ ਫਿਰ ਜਗਿਆਸੂ ਦੇ ਹਿਰਦੇ ਵਿੱਚ ਨਿਸ਼ਚਾ ਹੁੰਦਾ ਹੈ ਕਿ ਮੈਂ ਤਨ ਨਹੀਂ ਹਾਂ। ਜਦੋਂ ਆਪਾਂ ਤਨ ਹੀ ਨਹੀਂ ਫਿਰ ਇਹਦੀ ਹੰਗਤਾ ਕਾਹਦੀ ਹੈ। ਇਹਦੇ ਨਾਲ ਕੀਤੇ ਨਾ ਕਰਮ ਦੀ ਹੰਗਤਾ ਰਹੇ। ਗਿਆਨ ਹੋ ਗਿਆ ਕਿ ਸਾਡਾ ਹੀ ਤਾਂ ਸਤਿਚਿਤ ਆਨੰਦ ਸਰੂਪ ਹਾਂ। ਇਸ ਕਰਕੇ ਐਸੀ ਫਿਰ ਕਿਰਪਾ ਹੁੰਦੀ ਹੈ। ਤਨ ਹੰਤਾ ਤੇ ਹੋਤ ਨਿਰਾਲੇ। ਉਹ ਭਾਈ ਜਗਿਆਸੂ ਤਨ ਦੀ ਹੰਗਤਾ ਤੋਂ ਰਹਿਤ ਹੋ ਜਾਂਦੇ ਹਨ। ਲਿਪਹਿ ਨ ਫਲ ਜੇ ਕਰਮ ਨ ਜਾਲੇ। ਫਿਰ ਜਿੰਨੇ ਵੀ ਜਿਹੜੇ ਗਿਆਨ ਅਵਸਥਾ ਵਿੱਚ ਚਲੇ ਜਾਂਦੇ ਆ ਨਾ ਉਹਨਾਂ ਨੂੰ ਕਰਮ ਫਲ ਨਹੀਂ ਭੋਗਣਾ ਪੈਂਦਾ। ਭਾਵ ਸਮਝਣਾ। ਹੁਣ ਇਹ ਜਦੋਂ ਆਪਾਂ ਗ੍ਰੰਥਾਂ ਵਿੱਚ ਕਥਾ ਪੜ੍ਹਦੇ ਹਾਂ ਕੋਈ ਫਲਾਣੇ ਸਮੇਂ ਖਾਲਸੇ ਨੇ ਚਾਹੇ ਸ਼ਿਕਾਰ ਕੀਤਾ ਫਿਰ ਛਕਿਆ। ਹੁਣ ਇਹ ਤਾਂ ਐਨੀ ਵੀ ਮਹਾਰਾਜ ਮਾਰ ਮਾਰ ਕੇ ਉੱਥੇ ਸਿੱਟੇ ਆਉਂਦੇ ਸੀ। ਇਹ ਅਧਿਕਾਰੀ ਹੈ ਖਾਲਸਾ ਕਿਉਂਕਿ ਖਾਲਸੇ ਨੂੰ ਬ੍ਰਹਮ ਗਿਆਨਤਾ ਬਖਸ਼ੀ। ਉਸ ਵਿੱਚ ਹੁਣ ਜੀਵ ਨੂੰ ਮਾਰਨਾ ਤਾਂ ਪਾਪ ਹੈ ਨਾ, ਲੇਕਿਨ ਖਾਲਸਾ ਜਿਹੜਾ ਹੈ ਉਹ ਕਰਮ ਤੋਂ ਉੱਪਰ ਉੱਠ ਗਿਆ। ਉਹਨੂੰ ਪਾਪ ਪੁੰਨ ਦਾ ਅਰਥ ਨਹੀਂ, ਉਹਦੇ ਤੇ ਕੋਈ ਅਸਰ ਨਹੀਂ ਰਹਿੰਦਾ ਹੈ। ਬਹੁਤ ਵਾਰੀ ਹੁੰਦਾ ਆਪਾਂ ਇਤਿਹਾਸ ਵਿੱਚ ਪੜ੍ਹਦੇ ਵੀ ਮਹਾਰਾਜ ਫਿਰ ਖਾਲਸਾਓਂ ਸ਼ਹੀਦੀ ਦੇਗਾਂ ਤਿਆਰ ਕਰਦਾ ਸੁੱਖਾ ਇਤਿਆਦਿ ਛਕ ਕੇ ਫਿਰ ਜੰਗ ਨੂੰ ਚੜ੍ਹਦੇ। ਤੇ ਹੁਣ ਜਿਹੜੇ ਛਕਣ ਵਾਲੇ ਆ ਜਾਂ ਇੱਥੇ ਨੇ ਵਿੱਚ ਕੁਝ ਨਿਹੰਗ ਉਹ ਕਹਿੰਦੇ ਨੇ ਪੁਰਾਣੇ ਇਹ ਭਾਈ ਜਾਂ ਤਾਂ ਪ੍ਰਾਪਰ ਜਥੇਬੰਦੀ 'ਚ ਰਹਿੰਦਾ ਹੋਵੇ ਫੌਜ ਭਰਤੀ ਹੋ ਕੇ ਉੱਥੇ। ਆਹ ਜਿਹੜਾ ਹੁਣ ਵਿੱਚ ਉਹ ਦੂਜਾ ਉਹ ਤਾਂ ਅਸਲੀ ਨਿਹੰਗਾਂ ਨੂੰ ਵੀ ਬਦਨਾਮ ਕਰਦੇ। ਐਵੇਂ ਥਾਂ ਥਾਂ ਟਿੱਕੀਆਂ ਜਿਹੀਆਂ ਵੇਚਣ ਲੱਗ ਜਾਂਦੇ ਆ ਤੇ ਆਪਣੀ ਜਨਤਾ ਖਾਈ ਜਾਂਦੇ। ਲੈ ਸਿੰਘ ਛਾਕਦੇ ਹੁੰਦੇ ਸੀ ਉਹ ਤਾਂ ਜੰਗ ਕਰਦੇ ਉਹ ਤਾਂ ਉੱਪਰ ਸੀ ਇਦੋਂ। ਉਹ ਤਾਂ ਜਿਹੜਾ ਕਰਮ ਫਲ ਤੋਂ ਉੱਪਰ ਹੋ ਜਾਂਦੇ। ਉਹਨਾਂ ਨੂੰ ਕਰਮ ਲਪਾਈ ਮਾਨ ਹੀ ਨਹੀਂ ਹੁੰਦਾ।
ਭਾਵ ਕਿ ਕੀ ਹੈ, ਜਦੋਂ ਅਸੀਂ ਅਜੇ ਤ੍ਰੈ ਗੁਣਾ ਵਿੱਚ ਹਾਂ ਤਾਂ ਜਿਹੜਾ ਅਸੀਂ ਕਰਮ ਕਰਦੇ ਹਾਂ, ਹੁਣ ਜਿਵੇਂ ਤੁਸੀਂ satsang ਕਰ ਰਹੇ ਹੋ, ਇਹ ਕਰਮ ਵੀ ਤੁਹਾਡਾ ਲਿਖਿਆ ਜਾ ਰਿਹਾ ਹੈ, ਭਾਵ ਇਕੱਠਾ ਹੋ ਰਿਹਾ। ਜਿਵੇਂ ਆਪਾਂ ਕੋਈ ਫਸਲ ਬੀਜਣੀ ਹੁੰਦੀ ਹੈ ਤੇ ਆਪਾਂ ਦਾਣੇ ਇਕੱਠੇ ਸਟੋਰ ਕਰ ਲੈਂਦੇ ਹਾਂ, ਉਹਨੇ ਬੀਜ ਕਿੰਨਾ ਚਾਹੀਦਾ। ਚਲੋ ਹੁਣ ਜ਼ਮਾਨਾ ਬਦਲ ਗਿਆ, ਹੁਣ ਮੌਕੇ ਤੇ ਮੁੱਲ ਲਿਆਉਂਦੇ, ਉਹਨਾਂ ਵੇ ਦਾ ਵੀ ਤਾਂ ਗਾਹਾਂ ਸਟੋਰ ਕੀਤਾ ਵੇ ਹੁੰਦਾ ਨਾ। ਪਹਿਲਾਂ ਹੁਣ ਆਪਾਂ ਵੇਖਦੇ ਸੀ ਦਾਣਾ ਕਣਕ ਜੋ ਕੁਝ ਹੁੰਦਾ ਸੀ ਘਰਾਂ 'ਚ ਉਹਨੂੰ ਸਾਂਭ ਲੈਂਦੇ ਸੀ, ਗਾਹਾਂ ਨੂੰ ਬੀਜ ਚਾਹੀਦਾ। ਜਿਹੜਾ ਕਰਮ ਹੈ ਆਪ ਜੀ ਸਰਵਣ ਕਰਦੇ ਰਹਿੰਦੇ ਹੋ, ਤ੍ਰੈ ਰੂਪ ਨੇ ਇਸ ਦੇ, ਕਿਰੇਮਾਨ, ਪਰਾਲਭ ਤੇ ਸੰਚਿਤ। ਜਿਹੜਾ ਹੁਣ ਕਰ ਰਹੇ ਆ ਇਹ ਕਿਰੇਮਾਨ ਹੈ। ਆ ਹੁਣ ਸਤਸੰਗ ਹੋ ਰਹੀ ਹੈ ਤੇ ਇਹ ਸਤਸੰਗ ਹੋਈ ਕਿਉਂ ਹੈ? ਇਹ ਸਾਡਾ ਕੋਈ ਪਰਾਲਬਧ ਕਰਮ ਸੀ, ਪਿਛਲਾ ਕੋਈ ਚੰਗਾ ਕਰਮ ਸੀ, ਤਾਂ ਆਪਾਂ ਸਤਸੰਗ ਵਿੱਚ ਆਏ ਆ ਤੇ ਹੁਣ ਵੀ ਸ਼ੁਭ ਕਰਮ ਹੋ ਰਿਹਾ। ਇਹ ਕਰਮ ਜਮਾ ਹੋ ਰਿਹਾ ਹੈ ਤੇ ਜਮਾ ਹੋ ਰਿਹਾ, ਇਹਨੇ ਆਪ ਦਾ ਫਲ ਦੇਣਾ। ਜਿਵੇਂ ਪਿਛਲੇ ਕਰਮ ਨੇ ਫਲ ਦਿੱਤਾ, ਮਹਾਰਾਜ ਦੇ ਦਰਸ਼ਨ ਹੋਏ, ਆਪਾਂ ਇੱਥੇ ਪਹੁੰਚੇ, ਕੋਈ ਸੇਵਾ ਕਰਦਾ, ਕੋਈ ਦਾਨ ਕਰਦਾ, ਭਾਵ ਕੋਈ ਪਿਛਲੇ ਕਰਮ ਦਾ ਫਲ ਹੈ। ਜਿਹੜੇ ਆਪਾਂ ਸੁੱਖ ਭੋਗਦੇ ਆ ਜਾਂ ਕੋਈ ਦੁੱਖ ਵੀ ਭੋਗ ਰਿਹਾ, ਉਹ ਵੀ ਪਿਛਲੇ ਕਰਮ ਦਾ ਫਲ ਹੈ, ਉਹਨੂੰ ਪਰਾਲਬਧ ਕਹਿੰਦੇ ਆ। ਜਿਹੜਾ ਕਰ ਰਹੇ ਆ ਉਹ ਕਿਰੇਮਾਨ ਹੈ। ਹੁਣ ਜੋ ਕਰੀ ਜਾਂਦੇ ਆ ਇਹ ਜਮਾ ਹੋਈ ਜਾਂਦੇ ਆ। ਕੋਈ ਕਰਮ ਤਾਂ ਨਾਲ ਦੀ ਨਾਲ ਵੀ ਫਲ ਦੇ ਦਿੰਦਾ, ਕੋਈ ਦੂਸਰੇ ਦਿਨ, ਕੋਈ 6 ਮਹੀਨੇ, ਕੋਈ ਸਾਲ, ਕੋਈ ਗੁਰਮੁਖੋ 20 ਸਾਲਾਂ ਬਾਅਦ, ਕੋਈ ਅਗਲੇ ਜਨਮ 'ਚ ਵੀ ਫਲ ਦੇਊਗਾ। ਕਰਮ ਦੀ ਬੀਜ ਹੈ, ਬੀਜ ਦੀ ਤਸੀਰ ਹੈ, ਉਹਨੇ ਕਦੋਂ ਉੱਗਣਾ। ਆਪਾਂ ਜਿਵੇਂ ਫਸਲਬਾੜੀ ਵੇਖਦੇ ਆ, ਕੋਈ 2 ਮਹੀਨਿਆਂ 'ਚ ਹੀ ਫਲ ਦੇ ਦਿੰਦਾ, ਕੋਈ 6 ਮਹੀਨੇ, ਕੋਈ 5 ਮਹੀਨੇ, ਕੋਈ ਹੁਣ ਜਿਵੇਂ ਦੇਖੋ ਝੋਨੇ ਦੀ ਫਸਲ, ਇਹਦੇ ਵਿੱਚ ਹੀ ਕਿੰਨੇ ਤਰ੍ਹਾਂ ਦੇ ਬੀਜ ਹੈ, ਕੋਈ 3 ਮਹੀਨੇ 'ਚ ਪੱਕ ਜਾਂਦਾ, ਕੋਈ 4 'ਚ, ਕੋਈ 5 'ਚ। ਅਲੱਗ-ਅਲੱਗ ਬੀਜਾਂ ਦੀ ਤਸੀਰ ਹੋ ਗਈ ਨਾ। ਹੁਣ ਕੋਈ ਫਲਦਾਰ ਬੂਟੇ ਹੈ 12-12 ਸਾਲ ਬਾਅਦ, 20-20 ਸਾਲ ਬਾਅਦ ਜਾ ਕੇ ਫਲ ਦੇਣ ਲੱਗਦੇ ਆ। ਇਸੇ ਤਰ੍ਹਾਂ ਕਰਮ ਦਾ ਵੀ ਤਸੀਰ ਹੈ ਤੇ ਉਹ ਹੁਣ ਜਮਾ ਪਿਆ, ਜਿਵੇਂ ਆਪਾਂ ਸਟੋਰ ਕਰਦੇ ਅੱਗੇ ਕਮਰੇ 'ਚ ਰੱਖ ਲੈਂਦੇ। ਜਮਾ ਕਿੱਥੇ ਹੁੰਦਾ ਹੈ? ਉਹ ਹੁੰਦਾ ਸਾਡੇ ਅੰਤਸ਼ਕਰਨ ਦੇ ਵਿੱਚ। ਹੁਣ ਤੁਸੀਂ satsang ਕਰਦੇ ਹੋ, ਤੁਹਾਡੇ ਯਾਦ ਹੋ ਅੰਤਸ਼ਕਰਨ ਕੀ ਹੈ। ਇਹ ਕਿਹੜਾ ਐਸਾ ਕਮਰਾ ਹੈ ਸਾਡੇ ਅੰਦਰ? ਅੰਤਸ਼ਕਰਨ ਕਹਿੰਦੇ ਕਿਹਨੂੰ ਹੈ? ਅੰਤਸ਼ਕਰਨ 4 ਚੀਜ਼ਾਂ ਦਾ ਜੋੜ ਹੈ, ਮਨ, ਬੁੱਧ, ਚਿੱਤ, ਅਹੰ। ਇਹ ਬਿਰਤੀ ਦਾ ਨਾਮ ਹੈ, ਸਮਝੇ। ਭਾਵ ਕਿ ਜਦੋਂ ਕੋਈ ਫੁਰਨਾ ਕਰਦੇ ਆ, ਸੰਕਲਪ ਵਿਕਲਪ ਗ੍ਰੰਥਾਂ ਵਿੱਚ ਲਿਖਿਆ ਵੀ ਫੁਰਨਾ ਫੁਰਿਆ ਸਾਡੇ ਅੰਦਰ ਕੋਈ ਖਿਆਲ, ਤਾਂ ਆਪਾਂ ਕਹਿੰਦੇ ਮਨ ਐ ਕਰਦਾ ਹੈ, ਮਨ ਐ ਹੈ, ਮਨ ਨੂੰ ਉਹਨੂੰ ਮਨ ਕਿਹਾ ਜਾਂਦਾ ਹੈ। ਕਿਸੇ ਕੰਮ ਦਾ ਉਦਾਹਰਨ ਸਿੱਧੀ ਲੈ ਲਓ, ਕੋਈ ਕੰਮ ਕਰਨਾ, ਜੇ ਆਪਾਂ ਆਪਣਾ ਪਹਿਲਾਂ ਮਨ 'ਚ ਫੁਰਨਾ ਫੁਰਿਆ ਜਾਂ ਕੰਮ ਕਰਨਾ, ਉਹ ਜਦੋਂ ਫੁਰਨਾ ਫੁਰਿਆ ਉਹ ਮਨ ਹੈ। ਫਿਰ ਆਪਾਂ ਉਸ ਕੰਮ ਦਾ ਜਿਹੜਾ ਹੈ ਨਿਰਣਾ ਕਰਦੇ ਹਾਂ, ਕਦੋਂ ਕਰੀਏ, ਕਿਵੇਂ ਜਾਊਂ, ਉਹਦਾ ਕੀ, ਮੈਨੂੰ ਕਿੰਨੇ ਉਹਦਾ ਖਰਚਾ ਹੋਊ, ਕੀ ਉਹਦਾ ਫਾਇਦਾ ਹੈ, ਨੁਕਸਾਨ ਕੀ ਹੈ, ਫਾਇਦਾ। ਉਹ ਨਿਰਣਾ ਜਾਂ ਨਹੀਂ ਕਰਦੇ। ਇਹ ਕੋਈ ਬਹੁਤਾ ਸਮਾਂ ਤਾਂ ਨਹੀਂ ਲੱਗਦਾ, ਸਕਿੰਟਾਂ ਦੀ ਗੱਲ ਹੈ, ਬੁੱਧੀ ਨਿਰਣਾ। ਫਿਰ ਉਹ ਜਦੋਂ ਨਿਰਣਾ ਕਰਦੇ ਆ ਉਸੇ ਨੂੰ ਬੁੱਧੀ ਕਹਿ ਦਿੱਤਾ ਹੈ। ਕੋਈ ਚੀਜ਼ 9-4 ਬਣ ਗਏ ਇਹਦੇ, ਕਿਉਂਕਿ ਪਹਿਲਾਂ ਫੁਰਨਾ ਕੀਤਾ ਮਨ, ਫਿਰ ਉਸੇ ਗੱਲ ਤੇ ਨਿਰਣਾ ਕਰਨ ਲੱਗ ਗਿਆ, ਉਹਨੂੰ ਬੁੱਧ ਕਹਿਤਾ। ਫਿਰ ਜਦੋਂ ਨਿਰਣਾ ਕਰ ਲਿਆ ਫਿਰ ਚਿੰਤਨ ਹੈ, ਮੈਂ ਵੀ ਹੁਣ ਜਾਣਾ ਹੈ। ਉਹ ਬਾਰ-ਬਾਰ ਉਸ ਕਰਮ ਦਾ ਚਿੰਤਨ ਹੋ ਰਿਹਾ ਕਿ ਕਰਨਾ ਹੈ, ਉਹਨੂੰ ਚਿੱਤ ਕਹਿ ਦਿੰਦੇ ਆ। ਜਦੋਂ ਉਹਦਾ ਚਿੰਤਨ ਹੋਣ ਲੱਗ ਗਿਆ, ਜਦੋਂ ਅਸੀਂ ਕਰਮ ਕਰ ਲਿਆ, ਫਿਰ ਅਹੰ ਭਾਵ ਸੂਖਮ ਆਉਂਦਾ, ਮੈਂ ਕਰਤਾ ਕੰਮ, ਮੈਂ ਵੀ ਆਪਾਂ ਆਹ ਕੰਮ ਅੱਜ ਕਰਿਆ ਏ, ਉਹਨੂੰ ਅਹੰ ਕਹਿੰਦੇ ਆ। ਇਹ ਚੌਹਾਂ ਨੂੰ ਜੋੜ ਲਓ, ਮਨ, ਬੁੱਧ, ਚਿੱਤ, ਅਹੰ। ਜੇ ਚੌਹਾਂ ਨੂੰ ਇਕੱਠਾ ਕਰ ਲਈਏ ਤਾਂ ਇਹ ਬਣ ਜਾਂਦਾ ਅੰਤਸ਼ਕਰਨ। ਇਹਨੂੰ ਕਿਹਾ ਜਾਂਦਾ ਅੰਤਸ਼ਕਰਨ। ਇਹ ਸੁਰਤੀ ਬਿਰਤੀ ਹੈ ਤੇ ਇਹਦੇ ਵਿੱਚ ਜਿੰਨੇ ਅਸੀਂ ਕਰਮ ਕਰ ਰਹੇ ਹਾਂ ਇਹ ਜਮਾ ਹੋ ਰਹੇ ਆ। ਇਹ ਅੰਤਸ਼ਕਰਨ ਇੱਕ ਕੋਠਾ ਹੈ, ਕਮਰਾ ਕਹਿ ਲਓ। ਇਹਦੇ ਵਿੱਚ ਕਰਮਾਂ ਰੂਪੀ ਬੀਜ ਪਏ ਆ ਤੇ ਉਹ ਬੀਜ ਜਿਹੜੇ ਦਾ ਜਦੋਂ ਟਾਈਮ ਆਈ ਜਾਂਦਾ ਉਹ ਸਾਨੂੰ ਫਲ ਦੇਈ ਜਾਂਦਾ, ਉਹ ਚਾਹੇ ਚੰਗਾ ਚਾਹੇ ਮਾੜਾ। ਤੇ ਜਦੋਂ ਕੋਈ ਸਤਿਗੁਰੂ ਦੇ ਲੜ ਲੱਗ ਜਾਂਦਾ ਤੇ ਮਹਾਰਾਜ ਦੀ ਕਿਰਪਾ ਨਾਲ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ,
ਤਾਂ ਫਿਰ ਅੰਤਸ਼ ਕਰਨ ਦਾ ਆਭਾਸ ਹੋ ਜਾਂਦਾ, ਉਹਨੂੰ ਕਿਸੇ ਕਰਮ ਦੇ ਫਲ ਦਾ ਅਸਰ ਨਹੀਂ ਉਹਦੇ ਤੇ। ਕਰਮ ਵੀ ਕਰੀ ਜਾਂਦਾ ਪਰ ਉਹ ਕਰਮ ਕਰਤ ਹੋਵੇ ਨਹੀਂ ਕਰਮ, ਕਰਮ ਕਰਦਾ ਹੋਇਆ ਵੀ ਕਰਮ ਤੋਂ ਰਹਿਤ ਹੈ, ਉਹਦੇ ਤੇ ਕੋਈ ਅਸਰ ਨਹੀਂ ਹੈ ਉਸ ਕਰਮ ਦਾ। ਤੇ ਉਹ ਕਿਵੇਂ ਹੈ ਫਿਰ, ਉਹ ਫਲ ਕਿਉਂ ਨਹੀਂ ਦਿੰਦੇ? ਕਿਉਂਕਿ ਜਦੋਂ ਉਹਨੇ ਅੰਤਸ਼ ਕਰਨੀ ਆਭਾਸ ਕਰਤਾ, ਭਾਵ ਕਿ ਹੁਣ ਨਾ ਤਾਂ ਉਹ ਇਹ ਫੁਰਨਾ ਕਰਦਾ ਮੈਂ ਆ ਕਰਮ ਕਰਨਾ, ਕਿਉਂਕਿ ਨਿਕਰਮੀ ਹੋ ਗਿਆ, ਕਰਮ ਤੋਂ ਉੱਪਰ ਉੱਠ ਗਿਆ, ਫਿਰ ਉਹ ਨਾ ਉਹਦੇ ਅੰਦਰ ਕੋਈ ਸੰਕਲਪ ਵਿਕਲਪ ਹੈ, ਨਾ ਉਹ ਕੋਈ ਨਿਰਣਾ ਕਰਦਾ, ਕਿਉਂਕਿ ਬ੍ਰਹਮ ਵੱਲ, ਬ੍ਰਹਮ ਦੇ ਗਿਆਨ ਦਾ ਇਹੀ ਹੈ ਕਿ ਉਹ ਨਿਰਣਾ ਵੀ ਖਤਮ ਹੋ ਗਿਆ, ਬੁੱਧੀ ਦਾ ਵੀ। ਨਿਰਣਾ ਤਾਂ ਅਸੀਂ ਤਾਂ ਕਰਾਂਗੇ ਨਾ ਜਿੰਨਾ ਸਮਾਂ ਅਸੀਂ ਆਪਣੀ ਹੋਂਦ ਮੰਨਦੇ ਹਾਂ ਕਿ ਮੈਂ ਹਾਂ ਫਲਾਣਾ ਸਿੰਘ, ਆਹ ਮੈਂ ਫੁਰਨਾ ਫੁਰਿਆ, ਮੈਨੂੰ ਆਹ ਮੈਂ ਨਿਰਣਾ ਕਰ ਲਿਆ ਚੰਗਾ ਮਾੜਾ, ਇਹ ਮੈਂ ਚਿੰਤਨ ਕਰਦਾ, ਹੁਣ ਮੈਂ ਕਰ ਲਿਆ ਇਹ ਕਰਮ। ਇਸ ਤਰ੍ਹਾਂ ਜਦੋਂ ਬ੍ਰਹਮ ਗਿਆਨਤਾ ਵਿੱਚ ਚਲਿਆ ਗਿਆ ਤਾਂ ਗੁਰਮੁਖੋ ਫਿਰ ਉਹ ਸਾਰਾ ਖਤਮ ਹੋ ਗਈ ਇਹ ਖੇਡ। ਤਾਂ ਹੰਗਤਾ ਮਮਤਾ ਤਾਂ ਨਾਸ਼ ਹੀ ਹੋ ਗਈ, ਮੈਂ ਹੈ ਹੀ ਕੁਛ ਨਹੀਂ, ਬ੍ਰਹਮ ਭੇਦ ਹੈ। ਤਾਂ ਫਿਰ ਨਾ ਤਾਂ ਹੁਣ ਕੋਈ ਫੁਰਨਾ, ਨਾ ਉਹਦਾ ਨਿਰਣਾ, ਨਾ ਉਹਦਾ ਚਿੰਤਨ, ਨਾ ਉਹਦਾ ਅਹੰਗ, ਜਦੋਂ ਕੀਤਾ ਹੀ ਕੁਛ ਨਹੀਂ, ਹੰਕਾਰ ਕਾਹਦਾ। ਇਸ ਕਰਕੇ ਜਦੋਂ ਚਾਰੇ ਆਭਾਸ ਹੋ ਗਏ, ਹੁੰਦੇ ਕਦੋਂ ਨੇ ਇਹ? ਆਪਣੇ ਉਦਮ ਨਾਲ ਨਹੀਂ ਹੋਣੇ, ਜਦੋਂ ਸਤਿਗੁਰੂ ਤੋਂ ਗਿਆਨ ਦੀ ਬਖਸ਼ਿਸ਼ ਹੋ ਗਈ। ਗੁਰੂ ਮਹਾਰਾਜ ਕਿਰਪਾ ਕਰਦਾ, ਆਪਾਂ ਧਰਮ ਕਰਮ ਕਰੀ ਜਾਂਦੇ ਆ, ਇੱਕ ਦਿਨ ਮਹਾਰਾਜ ਮਿਹਰ ਕਰਦਾ, ਗਿਆਨ ਬਖਸ਼ਿਸ਼ ਕਰ ਦਿੰਦਾ। ਤਾਂ ਗਿਆਨ ਅਗਨੀ ਹੈ। ਜਿਵੇਂ ਹੁਣ ਦਾਣੇ ਤਾਂ ਪਏ ਆ ਕੋਠੇ 'ਚ, ਉਹਨਾਂ ਨੇ ਉਗਣਾ, ਪਰ ਕੋਈ ਬੰਦਾ ਆਇਆ, ਉਹਨੇ ਕੋਠੇ ਨੂੰ ਅੱਗ ਲਾਤੀ, ਵਿੱਚੇ ਹੀ ਕੋਠਾ, ਦਾਣੇ ਸਭ ਮੱਚ ਗਏ। ਹੁਣ ਤਾਂ ਨਹੀਂ ਉਗਦੇ ਉਹ, ਜਦੋਂ ਮੱਚ ਹੀ ਗਏ। ਇਸੇ ਤਰ੍ਹਾਂ ਜਦੋਂ ਸਤਿਗੁਰੂ ਤੋਂ ਗਿਆਨ ਪ੍ਰਾਪਤ ਹੋ ਗਿਆ, ਗੁਰੂ ਨੇ ਗਿਆਨ, ਬ੍ਰਹਮ ਗਿਆਨ ਬਖਸ਼ ਦਿੱਤਾ, ਤਾਂ ਜਿੰਨਾ ਅੰਤਸ਼ ਕਰਨਾ ਉਹ ਉਹਦਾ ਆਭਾਸ ਹੋ ਗਿਆ, ਜਾਣੋ ਉਹਨੂੰ ਖਤਮ ਕਰਤਾ ਗਿਆਨ ਅਗਨੀ ਨੇ। ਤੇ ਜਿਹੜੇ ਅੰਤਸ਼ ਕਰਨ ਵਿੱਚ ਕਰਮ ਪਏ ਨੇ ਉਹ ਵੀ ਵਿੱਚ ਹੀ ਮੱਚ ਗਏ, ਖਤਮ ਹੋ ਗਏ। ਇਸ ਕਰਕੇ ਬ੍ਰਹਮ ਗਿਆਨੀ ਨੂੰ ਕਰਮ ਦਾ ਫਲ ਨਹੀਂ ਹੁੰਦਾ। ਉਹ ਕਰਮ ਕਰਦਾ ਹੋਇਆ ਵੀ ਕਰਮ ਤੋਂ ਉੱਪਰ, ਕਿਉਂਕਿ ਉਹ ਕਰ ਹੀ ਨਹੀਂ ਰਿਹਾ, ਜੋ ਕੁਝ ਕਰ ਰਿਹਾ ਪਰਮੇਸ਼ਰ, ਉਤੇ ਭੇਦ ਹੈ। ਇਸ ਕਰਕੇ ਜਦੋਂ ਖਾਲਸਾ ਜਿਹੜਾ ਹੈ ਨਾ, ਉਹ ਮਹਾਰਾਜ ਨੇ ਉਹਨਾਂ ਨੂੰ ਐਸੀ ਗਿਆਨ ਦੀ ਬਖਸ਼ਿਸ਼ ਕੀਤੀ ਕਿ ਖਾਲਸਾ ਸ਼ਿਕਾਰ ਵੀ ਕਰਦਾ ਹੈ, ਖਾਲਸਾ ਸਭ ਕੁਝ ਛਕਦੇ, ਛਕਾਉਂਦੇ ਹੋਏ ਵੀ, ਸ਼ਹੀਦੀ ਦੇਗਾਂ ਵੀ ਛਕਦੇ, ਸਭ ਕੁਝ ਮਹਾਂਪ੍ਰਸ਼ਾਦ ਵਗੈਰਾ, ਤੇ ਪਰ ਉਹ ਅਸਰ ਨਹੀਂ ਸੀ, ਉਹਨਾਂ ਤੇ ਕੋਈ ਅਸਰ ਨਹੀਂ। ਇਹਦੇ ਤੇ ਗੁਰਮੁਖ ਪੁਰਾਣੇ ਗ੍ਰੰਥਾਂ ਦੀ, ਸ਼ਾਸਤਰਾਂ ਦੀ ਇੱਕ ਸਾਖੀ ਸੁਣਾਉਂਦੇ। ਇੱਕ ਰਿਸ਼ੀ ਸੀ ਦੱਤਾਤਰੇ, ਉਹ ਕਿਤੇ ਆਪਦੇ ਚੇਲਿਆਂ ਨਾਲ ਜਾਂਦਾ ਜਾਂਦਾ ਮੱਛੀ ਖਾਣ ਲੱਗ ਗਿਆ, ਤੇ ਚੇਲਿਆਂ ਨੇ ਦੇਖਿਆ ਸਾਡਾ ਗੁਰੂ ਖਾਂਦਾ, ਉਹਨਾਂ ਨੇ ਰੋਜ਼ ਹੀ ਵਾਢਾ ਧਰ ਲਿਆ, ਇਹ ਤਾਂ ਖੁੱਲ੍ਹ ਮਿਲ ਗਈ। ਹੁਣ ਜਿਵੇਂ ਫਿਰ ਖਾਣ ਵਾਲੇ ਕਹਿੰਦੇ ਉਹ ਮਹਾਰਾਜ ਸ਼ਿਕਾਰ ਕਰਦੇ ਰਹੇ, ਖਾਲਸੇ ਐਂ ਕਰਦੇ ਰਹੇ, ਤੁਸੀਂ ਬਣ ਜਾਓ ਭਾਈ। ਫਿਰ ਜਾਂ ਤਾਂ ਉਸ ਗਿਆਨ ਅਵਸਥਾ ਵਿੱਚ ਵੀ ਆ ਜਾਓ ਨਾ, ਤੇ ਖਾ ਕੇ ਜੇ ਪਸਲੇਟੇ ਹੀ ਮਾਰਨੇ ਆ ਫਿਰ ਕੀ ਫਾਇਦਾ? ਉਹਦਾ ਜੰਗਾਂ ਨੂੰ ਜਾਂਦੇ ਸੀ, ਉਹਨੇ ਤਾਂ ਪ੍ਰਵਾਹ ਨਹੀਂ ਕੀਤੀ ਪੁੱਤਾਂ ਦੀ, ਧੀਆਂ ਦੀ, ਕੋਈ ਹੋਰ ਆਪਣੇ ਘਰ ਦੀ, ਬਾਰ ਦੀ, ਕੁਛ ਨਹੀਂ। ਤੇ ਇਸ ਤਰ੍ਹਾਂ ਉਹ ਦੱਤਾਤਰੇ ਨੇ ਜਦੋਂ ਇੱਕ ਦਿਨ ਖਾ ਲਈ ਤੇ ਉਹ ਚੇਲੇ ਰੋਜ਼ ਖਾਣ, ਦੱਤਾਤਰੇ ਨੂੰ ਪਤਾ ਲੱਗਿਆ ਤੇ ਉਹ ਰੀਸ ਕਰਦੇ ਆ ਵੀ ਗੁਰੂ ਨੇ ਖਾਧੀ, ਆਪਾਂ ਵੀ ਹੁਣ ਰੋਜ਼ ਛਕਿਆ ਕਰਾਂਗੇ। ਦੱਤਾਤਰੇ ਚੇਲਿਆਂ ਨੂੰ ਲੈ ਕੇ ਸਿੱਕਾ ਢਾਲਣ ਵਾਲੀ ਇੱਕ ਫੈਕਟਰੀ 'ਚ ਚਲਿਆ ਗਿਆ। ਉਸ ਸਮੇਂ ਜਿਸ ਤਰ੍ਹਾਂ ਦੀ ਵੀ ਸੀ, ਉਹ ਸਿੱਕਾ ਢਾਲਦਾ ਸੀ ਕੋਈ। ਉਹ ਜਦੋਂ ਮਾਲਕ ਨੂੰ ਪਤਾ ਲੱਗਿਆ ਬਹੁਤ ਖੁਸ਼ ਹੋਇਆ, ਕਿਉਂਕਿ ਦੱਤਾਤਰੇ ਰਿਸ਼ੀ ਐਸਾ ਹੋਇਆ ਜਿਹਨੂੰ ਉਦੋਂ ਦੇ ਲੋਕ ਘਰੇ ਲਿਜਾਣ ਨੂੰ ਤਰਸਦੇ ਹੁੰਦੇ, ਜਾਂਦਾ ਨਹੀਂ ਸੀ ਹੁੰਦਾ। ਤੇ ਉਹ ਤਾਂ ਇੰਨਾ ਖੁਸ਼ ਹੋਇਆ ਵੀ ਦੱਤਾਤਰੇ ਰਿਸ਼ੀ ਆ ਗਿਆ ਚੱਲ ਕੇ ਚੇਲਿਆਂ ਨਾਲ, ਕਹਿੰਦਾ ਜੀ ਦੱਸੋ, ਬੈਠੋ, ਮੈਂ ਘਰੋਂ ਲਿਆਉਣਾ ਛਕਣ ਨੂੰ, ਕੀ ਛਕੋ? ਕਹਿੰਦੇ ਇੱਥੇ ਕੀ ਹੈ? ਕਹਿੰਦਾ ਜਿੱਥੇ ਦਾ ਸਿੱਕਾ ਹੈ, ਕਹਿੰਦੇ ਇਹੀ ਲਿਆ। ਹੁਣ ਨਾ ਉਹ ਨਾ ਕਰਨ ਜੋਗਾ, ਪੱਤਲਾਂ ਤੇ ਪਾ ਕੇ ਉਹਨੇ ਢਾਲਿਆ ਹੋਇਆ ਸਿੱਕਾ ਪਾ ਕੇ ਦੇਤਾ, ਦੱਤਾਤਰੇ ਨੂੰ ਫੜਾਇਆ। ਉਹ ਨਾਲ ਜਿਹੜੇ ਚੇਲੇ ਸੀ ਉਹ ਕਹਿੰਦਾ ਇਹਨਾਂ ਨੂੰ ਵੀ ਦੇ। ਤੇ ਉਹ ਜਦੋਂ ਦੂਜਿਆਂ ਨੂੰ ਫੜਾਤਾ, ਦੱਤਾਤਰੇ ਨੇ ਛਕਣਾ ਸ਼ੁਰੂ ਕਰਤਾ, ਖਾਣਾ ਸਿੱਕਾ, ਉਹ ਝਾਕਣ। ਦੱਤਾਤਰੇ ਕਹਿੰਦਾ ਖਾਓ, ਮੇਰੀ ਰੀਸ ਹੀ ਕਰਨੀ ਹੈ ਤੁਸੀਂ।
ਫਿਰ ਉੱਥੇ ਗੱਲ ਸਮਝਾਈ, ਨਾ ਮੇਰੇ ਤੇ ਸਿੱਕੇ ਦਾ ਅਸਰ, ਨਾ ਮੇਰੇ ਤੇ ਮੱਛੀ ਦਾ, ਮੈਂ ਤੇ ਨਿਰਲੇਪ ਐ ਇਸ ਤੋਂ। ਤੁਸੀਂ ਇਸ ਅਵਸਥਾ 'ਚ ਪਹੁੰਚ ਜੋ ਤਾਂ ਠੀਕ ਹੈ, ਹੁਣ ਰੀਸ ਘੜੀਸ ਨਾ ਕਰੋ। ਇਸ ਤਰ੍ਹਾਂ ਖਾਲਸਾ ਗੁਰਮੁਖੋ ਅਧਿਕਾਰੀ ਸੀ। ਇਹ ਜਿਹੜਾ ਹੁੰਦਾ ਅੱਜ ਕੱਲ ਬਹੁਤ ਹੈ ਜੀ, ਮਾਸ ਖਾਣਾ ਚਾਹੀਦਾ ਹੈ ਕਿ ਨਹੀਂ, ਸਿੱਖੀ ਵਿੱਚ ਦੱਸੋ। ਇਉਂ ਨਹੀਂ ਕਿਸੇ ਗੱਲ ਤੇ ਅਸੀਂ ਹਾਂ ਤੇ ਕਿਸੇ ਗੱਲ ਤੇ ਨਾ ਨਹੀਂ ਕਰ ਸਕਦੇ, ਇਹ ਅਧਿਕਾਰੀ ਹੈ। ਹੁਣ ਕਈ ਵਾਰ ਆਪਾਂ ਇੱਥੇ ਵੇਖ ਲਓ, ਕਿਸੇ ਨੂੰ ਸ਼ੂਗਰ ਹੋ ਗਈ, ਇਹਦਾ ਮਤਲਬ ਹੁਣ ਮਿੱਠਾ ਖਾਣ ਦਾ ਅਧਿਕਾਰੀ ਨਹੀਂ ਰਿਹਾ। ਜੇ ਖਾਊਗਾ ਸ਼ੂਗਰ ਵਧੂ, ਰੋਗ ਹੋਊ, ਉਹਦਾ ਅਧਿਕਾਰ ਆਪਣਾ ਖਤਮ ਹੋ ਗਿਆ। ਹੁਣ ਉਹ ਮੁੜ ਕੇ ਕਹੇ ਜੀ ਇਹ ਨਹੀਂ ਖਾਣਾ, ਨਹੀਂ ਭਾਈ ਜਿਹੜੇ ਅਧਿਕਾਰੀ ਉਹਨਾਂ ਨੂੰ ਖਾ ਲੈਣਗੇ। ਇਸ ਕਰਕੇ ਜਿਹੜਾ ਖਾਲਸਾ ਸੀ ਜੰਗਾਂ ਯੁੱਧਾਂ ਵਾਲਾ, ਉਹ ਅਧਿਕਾਰ ਖੇਤਰ ਸੀ ਉਹਨਾਂ ਦਾ। ਸਾਡਾ ਅਧਿਕਾਰ ਖੇਤਰ ਨਹੀਂ ਹੈ ਗ੍ਰਸਤੀਆਂ ਦਾ। ਇੱਥੇ ਅਲਪਹਾਰ ਹੈ, ਅੰਨ ਖਾ ਲਓ ਫਿਰ ਸੂਕੀ ਜਾਓ, ਫਿਰ ਕੀ ਬੰਦਗੀ ਕਰੂ, ਕੋਈ ਪਾਠ ਕਰ ਲਓ। ਇਸ ਕਰਕੇ ਜਿਹੜਾ ਹੈ ਇਹ ਬੜੀ ਬਰੀਕ ਖਾਣਾ ਪੈਂਦਾ ਹੈ। ਜੈਸਾ ਅੰਨ ਤੈਸਾ ਮਨ। ਮਸਕੀਨ ਜੀ ਕਹਿੰਦੇ ਸਿਮਰਨ ਬਰੀਕ ਬਿਰਤੀ ਦੀ ਲੋੜ ਹੈ, ਤੇ ਬਰੀਕ ਬਿਰਤੀ ਲਈ ਭੋਜਨ ਵੀ ਬਰੀਕ ਹੀ ਕਰਨਾ ਪੈਣਾ। ਮੋਟਾ ਅਨਾਜ ਬੁੱਧੀ ਨੂੰ ਮੋਟਾ ਕਰ ਦਿੰਦਾ, ਮੋਟੀ ਬੁੱਧੀ ਸੂਖਮ ਸਿਮਰਨ ਨਹੀਂ ਕਰ ਸਕਦੀ, ਇਹ ਸੂਖਮਤਾ ਵੱਲ ਨਹੀਂ ਜਾ ਸਕਦੀ। ਉਹ ਅਧਿਕਾਰੀ ਨੇ। ਕਹਿਣ ਦਾ ਭਾਵ ਹੈ ਕਿ ਹਰ ਇੱਕ ਅਧਿਕਾਰੀ ਹੈ ਜਿਹੜਾ ਜਦੋਂ ਗਿਆਨ ਅਵਸਥਾ ਵਿੱਚ ਜਾ ਵੜਿਆ, ਉਹਦੇ ਤੇ ਕਿਸੇ ਕਰਮ ਦਾ ਕੋਈ ਪ੍ਰਭਾਵ ਨਹੀਂ ਹੈ। ਉਹ ਕਰਮ ਵੀ ਕਰੀ ਜਾਂਦਾ, ਲੇਕਿਨ ਉਹ ਕਰਮਾਂ ਦਾ ਅਸਰ ਕੋਈ ਨਹੀਂ ਹੈ, ਕਿਉਂਕਿ ਕਰਮ ਤੋਂ ਉੱਪਰ ਹੋ ਗਿਆ। ਇੱਥੇ ਇਹ ਗੱਲ ਸੰਤ ਰੇਣ ਜੀ ਨੇ ਇੱਕ ਪੰਗਤੀ ਵਿੱਚ ਦੇਤੀ। ਇਹਦਾ ਭਾਵ ਤਨ ਹੰਤਾ ਤੇ ਹੋਤ ਨਿਰਾਲੇ। ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸੰਗਤਾਂ ਆਉਂਦੀਆਂ ਤੇ ਕੋਈ ਭਾਈ ਮਹਾਰਾਜ ਕਿਸੇ ਦਾ ਮਨ ਭਗਤੀ ਵੱਲ ਲਾ ਦਿੰਦੇ ਆ, ਕਿਸੇ ਦਾ ਮਨ ਸਿਮਰਨ ਵੱਲ, ਕੋਈ ਨਿਸ਼ਚਾ ਬਖਸ਼ ਦਿੰਦੇ ਆ, ਕਿਸੇ ਨੂੰ ਹਿਰਦੇ ਵਿੱਚ ਗਿਆਨ ਬਖਸ਼ਦੇ ਆ। ਜਾਣੈ ਆਪਣੋ ਰੂਪ ਮਹਾਨ, ਜਿਹੜਾ ਆਪਣੇ ਸਵੈ ਸਰੂਪ ਮਹਾਨ ਸਰੂਪ ਨੂੰ ਜਾਣ ਲੈਂਦਾ ਹੈ। ਤਨ ਹੰਤਾ ਤੇ ਹੋਤ ਨਿਰਾਲੇ। ਉਹ ਭਾਈ ਜਿਹੜੀ ਸਰੀਰ ਦੀ ਹੰਗਤਾ, ਹਜੇ ਤਾਂ ਆਪਾਂ ਹੀ ਕਹਿੰਦੇ ਮੈਂ ਸਰੀਰ ਹਾਂ, ਮੈਂ ਆ ਕਰ ਰਿਹਾ, ਇਹ ਤਨ ਦੀ ਹੰਗਤਾ ਤੋਂ ਉੱਪਰ ਜਿੱਦਾਂ ਗਿਆਨ ਅਵਸਥਾ ਦੀ ਪ੍ਰਾਪਤੀ ਹੋਈ, ਉਸ ਦਿਨ ਉੱਠਿਆ ਜਾਣਾ। ਤੇ ਗਿਆਨ ਅਵਸਥਾ ਸਤਿਗੁਰੂ ਬਖਸ਼ਿਸ਼ ਕਰਦੇ ਐ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ, 1000 ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਹਰੋਂ ਨਹੀਂ ਕਿਤੋਂ ਉਹ ਮਿਲਣਾ, ਇਹ ਗੁਰੂ ਤੋਂ ਬਿਨਾਂ ਉਹ ਘੋਰ ਗਿਆਨ ਰੂਪੀ ਪ੍ਰਕਾਸ਼ ਸਤਿਗੁਰੂ ਹੀ ਕਰਦੇ ਆ ਆਪਣੇ ਸਿੱਖ ਦੇ ਹਿਰਦੇ ਵਿੱਚ। ਤਨ ਹੰਤਾ ਤੇ ਹੋਤ ਨਿਰਾਲੇ। ਫਿਰ ਉਹ ਤਨ ਹੰਤਾ ਹੰਗਤਾ ਤੋਂ ਨਿਰਾਲੇ ਹੋ ਜਾਂਦੇ ਹਨ। ਲਿਪਹਿ ਨ ਫਲ ਜੇ ਕਰਮ ਨ ਜਾਲੇ। ਜਿੰਨੇ ਵੀ ਕਰਮ ਨੇ ਉਹ ਭਾਈ ਸਾਰੇ ਕਰਮਾਂ ਦੇ ਫਲ ਵਿੱਚ ਲਿਪਾਏ ਮਾਨ ਨਹੀਂ ਹੁੰਦੇ।